ਸਾਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। BA1 ਆਨਰਸ ਵਾਲੇ ਸਟੂਡੈਂਟਸ, ਅੱਜ ਬੇਟਾ ਜਿਹੜਾ ਅਸੀਂ ਆਪਣਾ ਕੁਐਸਚਨ ਕਰਨਾ ਹੈ ਉਹ ਸਾਡਾ ਜਿਹੜਾ ਕਾਦਰ ਯਾਰ ਹੈ ਉਹਦੇ ਲਿਖੇ ਹੋਏ ਪੂਰਨ ਭਗਤ ਦੇ ਕਿੱਸੇ ਦਾ ਕੁਐਸਚਨ ਹੈ ਕਿ ਪੂਰਨ ਭਗਤ ਦਾ ਜਿਹੜਾ ਉਹਦਾ ਕਿੱਸਾ ਹੈ ਉਹਦੇ 'ਚ ਪਾਤਰ ਚਿੱਤਰਨ ਜਾਂ ਉਹਦੀ ਸਾਹਿਤਕ ਪੜਚੋਲ ਦੋਵਾਂ 'ਚੋਂ ਤੁਹਾਨੂੰ ਕੋਈ ਵੀ ਕੁਐਸਚਨ ਆ ਜਾਏਗਾ, ਤੁਸੀਂ ਇਹੀ ਆਨਸਰ ਉਹਦਾ ਲਿਖੋਗੇ ਜਿਹੜਾ ਬੇਟਾ ਹੁਣ ਮੈਂ ਤੁਹਾਨੂੰ ਕਰਵਾ ਰਹੀ ਹਾਂ। ਬਹੁਤ ਹੀ ਆਸਾਨ ਜਿਹਾ ਕੁਐਸਚਨ ਹੈ ਅਤੇ ਤੁਹਾਨੂੰ ਪਤਾ ਹੀ ਹੈ, ਜਿਵੇਂ ਤੁਸੀਂ ਸੁਣ ਵੀ ਲਈ, ਕਹਾਣੀ ਬੜੀ ਮਜ਼ੇਦਾਰ ਹੈ ਕਿੱਸਾ ਪੂਰਨ ਭਗਤ ਵਾਲੀ। ਅਤੇ ਆਓ ਬੇਟਾ ਅਸੀਂ ਕੁਐਸਚਨ ਕਰ ਲਈਏ। ਕਾਦਰ ਯਾਰ ਪੂਰਨ ਭਗਤ ਦੀ ਕਥਾ ਦਾ ਕਿੱਸਾ ਲਿਖਣ ਵਾਲਾ ਪਹਿਲਾ ਕਿੱਸਾਕਾਰ ਹੈ। ਕਾਦਰ ਯਾਰ ਦੇ ਕਿੱਸਾ ਲਿਖਣ ਤੋਂ ਬਾਅਦ ਇਹ ਕਿੱਸਾ ਬਹੁਤ ਸਾਰੇ ਕਿੱਸਾਕਾਰਾਂ ਨੇ ਲਿਖਿਆ, ਮਤਲਬ ਕਿ ਦੇਖੋ ਉਹਨੂੰ ਇਸ ਗੱਲ ਦਾ ਮਾਣ ਹੈ, ਇਸ ਗੱਲ ਦਾ ਮਾਣ ਕਾਦਰ ਯਾਰ ਨੂੰ ਹੀ ਮਿਲਿਆ ਕਿ ਉਹਨੇ ਸਭ ਤੋਂ ਪਹਿਲਾਂ ਇਹ ਕਿੱਸਾ ਲਿਖਿਆ। ਉਹਦੇ ਲਿਖਣ ਤੋਂ ਬਾਅਦ ਕਿਹਨੇ ਲਿਖਿਆ, ਦੇਖੋ ਕਾਲੀਦਾਸ ਗੁਜਰਾਂਵਾਲਿਆਂ, ਕਿਸ਼ਨ ਸਿੰਘ ਆਰਿਫ, ਦੌਲਤ ਰਾਮ ਅਤੇ ਇਕੱਲਾ ਕੋਈ ਕਾਲੀਦਾਸ ਹੈ, ਉਹਨੇ ਲਿਖਿਆ। ਅੱਗੇ ਵੇਖ ਲਈਏ। ਹੁਣ ਉਹਦੇ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਉਹਨੇ ਜੋ ਹੈ ਕਿਹੜੇ ਕਾਵ ਰੂਪ ਵਿੱਚ ਲਿਖਿਆ ਇਹ ਕਿੱਸਾ। ਕਾਦਰ ਯਾਰ ਨੇ ਇਹ ਕਿੱਸਾ ਸ਼ਿਹਰਫੀ ਕਾਵ ਰੂਪ ਵਿੱਚ ਲਿਖਿਆ। ਹੁਣ ਬੇਟਾ ਸ਼ਿਹਰਫੀ ਵਰਡ ਮੈਂ ਬਹੁਤ ਵਾਰੀ ਬੋਲ ਚੁੱਕੀ ਹੈਗੀ ਹਾਂ, ਉਮੀਦ ਹੈ ਤੁਹਾਨੂੰ ਹੁਣ ਤੱਕ ਯਾਦ ਹੋ ਗਿਆ ਹੋਵੇਗਾ ਇਹ ਵਾਲਾ ਸ਼ਬਦ। ਕਾਦਰ ਯਾਰ ਦੇ ਇਸ ਕਿੱਸੇ ਦੀਆਂ ਕੁੱਲ 5 ਸ਼ਿਹਰਫੀਆਂ ਹਨ। ਕਿੰਨੀਆਂ? 5। ਹਰ ਸ਼ਿਹਰਫੀ ਵਿੱਚ ਫਾਰਸੀ ਲਿਪੀ ਦੇ ਸਾਰੇ ਹਰਫ ਨਹੀਂ ਲਿਖੇ ਗਏ, ਪਰ ਕਵੀ ਨੇ 30 ਹਰਫਾਂ ਦੀ ਗਿਣਤੀ ਪੂਰੀ ਕਰਨ ਦੇ ਲਈ ਕਈ ਹਰਫਾਂ ਦੀ ਦੋਹਰੀ ਵਰਤੋਂ ਵੀ ਕੀਤੀ ਹੈ। ਜਿਵੇਂ ਜਦੋਂ ਮੈਂ ਤੁਹਾਨੂੰ ਪੋਇਟਰੀ ਕਰਾਈ ਨਾ, ਉਸ ਵੇਲੇ ਤੁਸੀਂ ਦੇਖਿਆ ਹੋਵੇਗਾ, ਜਿਵੇਂ ਜਦੋਂ ਪੋਇਟਰੀ ਦੀ ਕੋਈ ਵੀ ਪੈਰਾ ਸ਼ੁਰੂ ਹੁੰਦਾ ਹੈ, ਬੇਬੇਦ ਉੱਤੇ ਜਿਵੇਂ ਲਿਖਿਆ ਸੀ, ਤੇ ਤਾਬਿਆ, ਖੇ ਖੁਸ਼ੀ, ਐਵੇਂ ਕਰਕੇ ਵਰਡ ਸ਼ੁਰੂ ਹੁੰਦੇ ਨੇ ਉਹਦੇ। ਪੋਇਟਰੀ ਚੈੱਕ ਕਰ ਲੈਣਾ ਇਹਦੀ ਇੱਕ ਵਾਰੀ। ਕਾਦਰ ਯਾਰ ਨੇ ਇਹ ਸ਼ਿਹਰਫੀ ਬੈਂਤ ਛੰਦ ਵਿੱਚ ਲਿਖੀ। ਸ਼ਿਹਰਫੀ ਦਾ ਇੱਕ ਲੱਛਣ ਇਹ ਵੀ ਹੁੰਦਾ ਹੈ ਕਿ ਹਰੇਕ ਹਰਫ ਤੋਂ ਪਿੱਛੇ ਆਉਣ ਵਾਲਾ ਸ਼ਬਦ ਹੀ ਉਸੇ ਹਰਫ ਤੋਂ ਹੀ ਬਣਿਆ ਹੁੰਦਾ ਹੈ, ਜਿਵੇਂ ਖੇ ਖੁਸ਼ੀ, ਬੇਬੇਦ, ਤੇ ਤਾਬਿਆ, ਇਸ ਤਰ੍ਹਾਂ। ਕਾਦਰ ਯਾਰ ਦੇ ਪਾਤਰ ਚਿੱਤਰਣ ਦੀ ਇਹ ਖੂਬੀ ਹੈ ਕਿ ਹਰ ਇੱਕ ਪਾਤਰ ਨੂੰ ਉਸ ਦੇ ਸੁਭਾਅ ਮੁਤਾਬਿਕ ਨਿਪੁੰਨਤਾ ਨਾਲ ਚਿੱਤਰਿਆ ਗਿਆ ਹੈ। ਮਤਲਬ ਕਿ ਜਿਸ ਤਰ੍ਹਾਂ ਦਾ ਕਿਸੇ ਦਾ ਸੁਭਾਅ ਹੈ ਨਾ ਬੇਟਾ, ਪਾਤਰ ਤੇ ਤੁਹਾਨੂੰ ਪਤਾ ਹੈ ਕਿ ਜਿਹੜੇ ਕਿੰਨੇ ਕਰੈਕਟਰ ਨੇ ਉਹਦੇ 'ਚ, ਅਤੇ ਉਹਨਾਂ ਦਾ ਕੀ ਸੁਭਾਅ ਹੈ। ਸਭ ਤੋਂ ਮੇਨ ਕਰੈਕਟਰ ਕੌਣ ਹੈ? ਪੂਰਨ ਭਗਤ ਹੈ। ਉਹਦੀ ਮਾਂ ਹੈਗੀ ਹੈ ਇਛਰਾਂ, ਉਹਦੀ ਸੌਤੇਲੀ ਮਾਂ ਹੈ ਲੂਣਾ, ਰਾਜਾ ਸਲਵਾਨ ਹੈ, ਗੋਰਖਨਾਥ ਹੈ, ਅਤੇ ਫਿਰ ਇੱਕ ਰਾਣੀ ਹੋਰ ਹੈ, ਰਾਣੀ ਸੁੰਦਰਾਂ। ਠੀਕ ਹੈ ਨਾ, ਜਿਹੜੇ ਕਰੈਕਟਰ ਨੇ ਉਹਨਾਂ ਨੂੰ ਉਹਨਾਂ ਦੇ ਸੁਭਾਅ ਦੇ ਮੁਤਾਬਿਕ ਉਹਨੇ ਚਿੱਤਰਿਆ ਹੈ। ਸਾਰੀਆਂ ਘਟਨਾਵਾਂ ਨੂੰ ਅਜਿਹੀ ਤਰਤੀਬ ਦਿੱਤੀ ਗਈ ਹੈ ਜਿਸ ਵਿੱਚੋਂ ਪੂਰੀ ਕ੍ਰਿਤ ਦਾ ਬਿੰਬ ਪ੍ਰਗਟ ਹੋ ਸਕੇ। ਅਤੇ ਜਿਹੜੀਆਂ ਵੀ ਘਟਨਾਵਾਂ ਨੇ ਉਹਨਾਂ ਨੂੰ ਬਹੁਤ ਤਰਤੀਬ ਅਨੁਸਾਰ ਲਿਖਿਆ ਹੈ। ਅਤੇ ਫਿਰ ਜੋ ਹੈ ਆਪਾਂ ਗੱਲ ਕਰਾਂਗੇ ਕਿ ਕਿਉਂਕਿ ਸਾਹਿਤਕ ਪੜਚੋਲ ਵਾਲਾ ਜਾਂ ਪਾਤਰ ਉਸਾਰੀ ਵਾਲਾ ਆਪਾਂ ਕੁਐਸਚਨ ਕਰ ਰਹੇ ਹਾਂ। ਵਿਸ਼ਾ ਵਸਤੂ ਜਿਹੜਾ ਹੈ ਨਾ, ਇਹਦੇ 'ਚ ਬੇਟਾ ਤੁਸੀਂ ਨਾ ਇੱਕ ਪੂਰੇ ਪੇਜ ਦੇ ਉੱਤੇ, ਹੁਣ ਵੈਸੇ ਮੈਂ ਪੜ੍ਹ ਕੇ ਵੀ ਸੁਣਾ ਦੂੰਗੀ, ਕਹਾਣੀ ਲਿਖਣੀ ਹੈਗੀ ਤੁਸੀਂ ਕਿੱਸਾ ਪੂਰਨ ਭਗਤ ਦੀ। ਮੈਂ ਲਿਖਿਆ ਵੀ ਹੈ ਨਾ ਇੱਥੇ ਬਰੈਕਟ 'ਚ, ਕਹਾਣੀ ਲਿਖੋ ਕਿੱਸੇ ਦੀ। ਹੁਣ ਜੋ ਹੈ ਕਹਾਣੀ ਤੁਹਾਨੂੰ ਪੜ੍ਹ ਕੇ ਵੀ ਸੁਣਾ ਦੂੰਗੀ, ਇਹ ਤਾਂ ਤੁਹਾਨੂੰ ਇੱਕ ਵਾਰੀ ਪੜ੍ਹ ਕੇ ਯਾਦ ਹੋ ਜਾਏਗੀ। ਅਤੇ ਇਹ ਲਿਖਣੀ ਹੁਣ ਤੁਸੀਂ। ਅਸੀਂ ਸਿਆਲਕੋਟ ਵਿਖੇ ਰਾਜੇ ਸਲਵਾਨ ਦੇ ਘਰ 12 ਸਾਲ ਬਾਅਦ ਪੁੱਤਰ ਦਾ ਜਨਮ ਹੋਇਆ। ਰਾਜੇ ਦੀ ਇੱਛਾ ਮੁਤਾਬਿਕ ਬੱਚੇ ਦੀ ਜਨਮ ਪੱਤਰੀ ਬਣਾ ਕੇ ਪੰਡਤਾਂ ਨੇ ਰਾਜੇ ਨੂੰ ਦੱਸਿਆ ਕਿ ਉਹ 12 ਸਾਲ ਬੱਚੇ ਦੇ ਮੱਥੇ ਨਾ ਲੱਗੇ। ਇਸ ਲਈ ਬੱਚੇ ਨੂੰ 12 ਸਾਲ ਲਈ ਭੋਰੇ ਵਿੱਚ ਪਾ ਦਿੱਤਾ ਗਿਆ। ਭੋਰੇ ਵਿੱਚ ਹੀ ਥੋੜ੍ਹਾ ਵੱਡਾ ਹੋਣ ਉੱਤੇ ਪੂਰਨ ਨੂੰ ਰਾਜਕੁਮਾਰਾਂ ਵਾਲੀ ਸਿੱਖਿਆ ਦਿਖਿਆ ਵੀ ਦਿੱਤੀ ਗਈ। ਉਸ ਨੂੰ ਤੀਰ ਅੰਦਾਜ਼ੀ ਅਤੇ ਹੋਰ ਅਕਲ ਤੇ ਕਲਾ ਸਿਖਾਈ ਜਾਣ ਲੱਗੀ। 12 ਸਾਲ ਬਾਅਦ ਜਦੋਂ ਪੂਰਨ ਭੋਰੇ ਤੋਂ ਬਾਹਰ ਆਇਆ ਤਾਂ ਰਾਜਾ ਸਲਵਾਨ ਬਹੁਤ ਖੁਸ਼ ਹੋਇਆ। ਉਸ ਨੇ ਬਹੁਤ ਸਾਰਾ ਪੁੰਨਦਾਨ ਕੀਤਾ, ਪਰੰਤੂ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਦੋਂ ਆਪਣੀ ਮਤਰੇਈ ਮਾਂ ਲੂਣਾ ਨੂੰ ਮਿਲਣ ਲਈ ਜਾਂਦਾ ਹੈ, ਤਾਂ ਜਵਾਨ ਲੂਣਾ ਪੂਰਨ ਦੀ ਸੁੰਦਰਤਾ 'ਤੇ ਮੋਹਿਤ ਹੋ ਜਾਂਦੀ ਹੈ। ਉਹ ਪੂਰਨ ਨੂੰ ਪੁੱਤਰ ਨਹੀਂ ਸਗੋਂ ਯਾਰ ਬਣਾਉਣ ਲਈ ਤੜਫ ਉੱਠੀ। ਪੂਰਨ ਦੇ ਨਾ ਮੰਨਣ ਉੱਤੇ ਲੂਣਾ ਨੇ ਪੂਰਨ ਉੱਤੇ ਇਲਜ਼ਾਮ ਲਾਇਆ ਕਿ ਪੂਰਨ ਨੇ ਉਸ ਦੀ ਇੱਜ਼ਤ ਨੂੰ ਹੱਥ ਪਾਇਆ। ਰਾਜੇ ਸਲਵਾਨ ਨੂੰ ਬਹੁਤ ਗੁੱਸਾ ਆਇਆ। ਉਸਨੇ ਪੂਰਨ ਦੇ ਹੱਥ ਪੈਰ ਕੱਟ ਦੇਣ ਦਾ ਹੁਕਮ ਦੇ ਕੇ ਉਸ ਨੂੰ ਖੂਹ ਵਿੱਚ ਸੁੱਟਵਾ ਦਿੱਤਾ। ਪੂਰਨ ਦੀ ਮਾਂ ਇਛਰਾਂ ਰੋ ਕੇ ਪੂਰਨ ਦੇ ਵਿਰਾਗ ਵਿੱਚ ਅੰਨੀ ਹੋ ਗਈ।
ਗੁਰੂ ਗੋਰਖਨਾਥ ਨੇ ਪੂਰਨ ਨੂੰ ਖੂਹ ਵਿੱਚੋਂ ਕੱਢਿਆ ਤੇ ਉਸ ਨੂੰ ਠੀਕ ਠਾਕ ਕਰ ਦਿੱਤਾ। ਪੂਰਨ ਜਦੋਂ ਵਾਪਸ ਆਪਣੀ ਮਾਂ ਨੂੰ ਮਿਲਣ ਆਇਆ ਤਾਂ ਉਹ ਠੀਕ ਹੋ ਗਈ। ਗੁਰੂ ਗੋਰਖਨਾਥ ਨੇ ਪੂਰਨ ਨੂੰ ਖੂਹ ਵਿੱਚੋਂ ਕੱਢਿਆ ਤੇ ਉਸ ਨੂੰ ਠੀਕ ਕੀਤਾ। ਤੇ ਪੂਰਨ ਜਦੋਂ ਪੂਰਨਨਾਥ ਜੋਗੀ ਬਣ ਕੇ ਆਇਆ ਤੇ ਉਹਦੀ ਮਾਂ ਇਛਰਾ ਉਹਨੂੰ ਮਿਲਣ ਗਈ ਸੀ ਤੇ ਉਹਦੀਆਂ ਅੱਖਾਂ ਠੀਕ ਹੋ ਜਾਂਦੀਆਂ ਨੇ। ਰਾਜੇ ਸਲਵਾਨ ਤੇ ਲੂਣਾ ਨੇ ਵੀ ਪੂਰਨ ਤੋਂ ਮਾफ़ੀ ਮੰਗੀ। ਪੂਰਨ ਨੇ ਲੂਣਾ ਨੂੰ ਪੁੱਤਰ ਪ੍ਰਾਪਤੀ ਦਾ ਆਸ਼ੀਰਵਾਦ ਦਿੱਤਾ ਅਤੇ ਇਸ ਤੋਂ ਬਾਅਦ ਲੂਣਾ ਤੇ ਸਲਵਾਨ ਦੇ ਘਰ ਰਾਜਾ ਰਸਾਲੂ ਦਾ ਜਨਮ ਹੋਇਆ। ਇਸ ਤਰ੍ਹਾਂ ਕਾਦਰੀਆਰ ਨੇ ਸੁਣੀ ਸੁਣਾਈ ਕਥਾ ਨੂੰ ਹੀ ਸਭ ਤੋਂ ਪਹਿਲੀ ਵਾਰ ਕਿੱਸੇ ਦੇ ਰੂਪ ਵਿੱਚ ਲਿਖਤੀ ਰੂਪ ਦਿੱਤਾ। ਮਤਲਬ ਕਿ ਉਹਨੇ ਸੁਣੀ ਸੁਣਾਈ ਕਥਾ ਨੂੰ ਹੀ ਕਾਦਰੀਆਰ ਨੇ ਲਿਖਤੀ ਰੂਪ ਦਿੱਤਾ। ਕਾਦਰੀਆਰ ਦਾ ਇਹ ਕਿੱਸਾ ਭਾਰਤੀ ਮੁੱਲਾਂ ਤੇ ਪਰੰਪਰਾਵਾਂ ਦੇ ਅਨੁਕੂਲ ਹੈ ਅਤੇ ਬਹੁਤ ਹਰਮਨ ਪਿਆਰਾ ਹੋਇਆ। ਉਹਦੇ ਤੋਂ ਬਾਅਦ ਬੇਟਾ ਅਗਲਾ ਜਿਹੜਾ ਸਾਡਾ ਪੁਆਇੰਟ ਬਣੇਗਾ ਉਹ ਬਣੇਗਾ ਪਾਤਰ ਚਿਤਰਣ, ਕਿਉਂਕਿ ਸਾਹਿਤਕ ਪੜਚੋਲ ਵਿੱਚ ਅਗਲਾ ਪੁਆਇੰਟ ਜੋ ਹੈ ਉਹ ਪਾਤਰ ਚਿਤਰਣ ਵੀ ਬਣਦਾ ਹੈ। ਕਾਦਰੀਆਰ ਦੇ ਕਿੱਸੇ ਪੂਰਨ ਭਗਤ ਵਿੱਚ ਪਾਤਰਾਂ ਨੂੰ ਬਰੀਕੀ ਨਾਲ ਨਹੀਂ ਚਿਤਰਿਆ ਗਿਆ। ਕਾਦਰੀਆਰ ਦਾ ਉਦੇਸ਼ ਬੁਰਿਆਈ ਉੱਤੇ ਚੰਗਿਆਈ ਦੀ ਜਿੱਤ ਕਰਵਾਉਣਾ ਸੀ। ਇਸ ਫਲਸਫੇ ਨੂੰ ਸਾਹਮਣੇ ਰੱਖ ਕੇ ਹੀ ਉਹ ਪਾਤਰਾਂ ਨੂੰ ਆਪਣੇ ਸੁਭਾਅ ਮੁਤਾਬਕ ਕਾਰਜ ਕਰਵਾਉਣ ਦਾ ਵਿਖਾਉਂਦਾ ਹੈ। ਸਾਰੇ ਹੀ ਪਾਤਰਾਂ ਵਿੱਚ ਕੋਈ ਨਾ ਕੋਈ ਵਿਸ਼ੇਸ਼ ਗੁਣ ਜਾਂ ਔਗਣ ਪ੍ਰਤੀਤ ਹੁੰਦਾ ਹੈ। ਕਿੱਸੇ ਦਾ ਸਭ ਤੋਂ ਪ੍ਰਸਿੱਧ ਨਾਇਕ ਪੂਰਨ ਹੈ, ਜਿਸ ਦੇ ਆਲੇ ਦੁਆਲੇ ਸਾਰਾ ਦਾ ਸਾਰਾ ਕਿੱਸਾ ਘੁੰਮਦਾ ਹੈ। ਕੌਣ ਹੈ ਵਿਸ਼ੇਸ਼ ਨਾਇਕ? ਪੂਰਨ। ਉੱਚੀ ਨੈਤਿਕ ਕਦਰਾਂ ਕੀਮਤਾਂ ਦੇ ਚੱਲਣ ਵਾਲਾ ਪੂਰਨ ਬੇਸ਼ੱਕ ਆਪ ਸਜ਼ਾ ਦਾ ਭਾਗੀ ਬਣ ਜਾਂਦਾ ਹੈ, ਪਰ ਗਲਤ ਗੱਲ ਅੱਗੇ ਝੁਕਦਾ ਨਹੀਂ। ਕਿੱਸੇ ਦਾ ਦੂਜਾ ਪ੍ਰਮੁੱਖ ਮਰਦ ਪਾਤਰ ਰਾਜਾ ਸਲਵਾਨ ਹੈ, ਜਿਸ ਨੂੰ ਅੱਤ ਦਾ ਕਰੋਧੀ ਅਤੇ ਗੁਸੈਲ ਸੁਭਾਅ ਵਾਲਾ ਅਤੇ ਕਾਲਾ ਵਿਖਾਇਆ ਗਿਆ ਹੈ। ਕੌਣ ਹੈ ਦੂਜਾ ਪਾਤਰ? ਰਾਜਾ ਸਲਵਾਨ। ਆਪਣੇ ਫੈਸਲੇ ਵਿਰੁੱਧ ਉਹ ਕੋਈ ਦਲੀਲ ਜਾਂ ਅਪੀਲ ਨਹੀਂ ਸੁਣ ਸਕਦਾ। ਲੂਣਾ ਦੇ ਉਕਸਾਉਣ ਉੱਤੇ ਪੂਰਨ ਨੂੰ ਕਤਲ ਕਰਨ ਦਾ ਆਦੇਸ਼ ਦੇ ਦਿੰਦਾ ਹੈ। ਕਿੱਸੇ ਦਾ ਇੱਕ ਹੋਰ ਪ੍ਰਮੁੱਖ ਪਾਤਰ ਹੈ ਲੂਣਾ ਤੇ ਜਿਸ ਦਾ ਬੁੱਢੇ ਸਲਵਾਨ ਨਾਲ ਵਿਆਹ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਉਹ ਅਸੰਤੁਸ਼ਟੀ ਕਾਰਨ ਆਪਣੇ ਮਤਰੇਏ ਪੁੱਤਰ ਪੂਰਨ ਵੱਲ ਜੋ ਹੈ ਮੋਹਿਤ ਹੋ ਜਾਂਦੀ ਹੈ ਅਤੇ ਪੂਰਨ ਦੇ ਇਨਕਾਰ ਕਰਨ ਉੱਤੇ ਉਹ ਪੂਰਨ ਦੇ ਖੂਨ ਦੀ ਪਿਆਸੀ ਬਣ ਜਾਂਦੀ ਹੈ। ਇਸ ਤੋਂ ਛੁੱਟ ਇੱਕ ਪਾਤਰ ਰਾਣੀ ਇਛਰਾ ਹੈ, ਜੋ ਪੂਰਨ ਦੀ ਸਗੀ ਮਾਂ ਹੈ, ਤੇ ਇੱਕ ਰਾਣੀ ਸੁੰਦਰਾਂ, ਜੋ ਜੋਗੀ ਬਣੇ ਹੋਏ ਪੂਰਨਨਾਥ ਉੱਤੇ ਮੋਹਿਤ ਹੋ ਜਾਂਦੀ ਹੈ। ਗੋਰਖਨਾਥ ਜੋਗੀ ਵੀ ਇਸ ਕਿੱਸੇ ਦਾ ਇੱਕ ਪ੍ਰਮੁੱਖ ਪਾਤਰ ਹੈ, ਜੋ ਪੂਰਨ ਨੂੰ ਖੂਹ ਵਿੱਚੋਂ ਕੱਢ ਕੇ ਠੀਕ ਕਰਦਾ ਹੈ ਤੇ ਉਸ ਨੂੰ ਪੂਰਨ ਤੋਂ ਪੂਰਨਨਾਥ ਜੋਗੀ ਬਣਾਉਂਦਾ ਹੈ। ਦੇਖੋ ਬੇਟਾ ਬਿਲਕੁਲ ਹੀ ਆਸਾਨ ਜਿਹੀ ਗੱਲਾਂ ਨੇ ਕਿ ਕੌਣ ਮਰਦ ਪਾਤਰ ਨੇ, ਕੌਣ ਲੇਡੀਜ਼ ਪਾਤਰ ਨੇ। ਇਹ ਗੱਲ ਕਰਕੇ ਹੁਣ ਤੁਸੀਂ ਅੱਗੇ ਵੇਖੋਗੇ। ਹੁਣ ਅੱਗੇ ਗੱਲ ਹੋਏਗੀ ਕਿ ਉਹਦੇ ਕਿੱਸੇ ਦੀ ਬੋਲੀ ਕਿਹੋ ਜਿਹੀ ਹੈ, ਮਤਲਬ ਕਿ ਉਹਨੇ ਜੋ ਹੈ ਕਿਹੋ ਜਿਹੀ ਬੋਲੀ ਵਰਤੀ ਹੈ। ਕਿੱਸਾ ਪੂਰਨ ਭਗਤ ਵਿੱਚ ਕਾਦਰੀਆਰ ਨੇ ਕੇਂਦਰੀ ਪੰਜਾਬੀ ਵਰਤੀ ਹੈ, ਜੋ ਆਮ ਪੇਂਡੂ ਜੀਵਨ ਨਾਲ ਸੰਬੰਧਿਤ ਸੰਜਮੀ ਅਤੇ ਮਿੱਠੀ ਬੋਲੀ ਹੈ। ਉਸਨੇ 150 ਬੈਂਤਾਂ ਵਿੱਚ ਆਪਣੇ ਇਸ ਕਿੱਸੇ ਨੂੰ ਲਿਖਿਆ। ਕਾਦਰੀਆਰ ਕੋਈ ਵਾਧੂ ਦੇ ਵੇਰਵੇ ਆਪਣੇ ਇਸ ਕਿੱਸੇ ਵਿੱਚ ਪੇਸ਼ ਨਹੀਂ ਕਰਦਾ। ਕਿੱਸੇ ਦੀ ਬੋਲੀ ਭਾਵੇਂ ਸਾਦ ਮੁਰਾਦੀ ਹੈ, ਪਰੰਤੂ ਫਿਰ ਵੀ ਮੁਹਾਵਰੇ, ਅਖਾਣ ਤੇ ਅਟਲ ਸੱਚਾਈਆਂ ਦੀ ਕਾਦਰੀਆਰ ਸੁੰਦਰ ਵਰਤੋਂ ਕਰਦਾ ਹੈ। ਜਿਵੇਂ ਉਹਨੇ ਮੁਹਾਵਰੇ ਕਿਹੜੇ ਵਰਤੇ? ਮੱਥੇ ਵੱਟ ਪਾਉਣਾ, ਸੂਰਤ ਦੀ ਤਾਬ ਨਾ ਚੱਲੀ ਜਾਣੀ, ਸੂਰਤ ਦੀ ਤਾਬ ਨਾ ਚੱਲੀ ਜਾਣੀ, ਸੂਰਤ ਦੀ ਹੈ, ਸੂਰਤ ਹੁੰਦਾ ਸ਼ਕਲ। ਅਗਲਾ ਹੈ ਲੱਜ ਟੁੱਟਣੀ, ਪੁੱਠੀ ਨਦੀ ਵਹਾਉਣੀ, ਲਹੂ ਦੇ ਘੁੱਟ ਭਰਨੇ, ਅਸਮਾਨ ਨੂੰ ਲੰਗਾਰ ਪਾਉਣੀ ਆਦਿ ਉਹਨੇ ਬੜੇ ਸੁੰਦਰ ਮੁਹਾਵਰੇ ਵਰਤੇ ਨੇ। ਇਹ ਦੇਖੋ ਹੁਣ ਦਿਖ ਰਹੇ ਹੋਣੇ ਤੁਹਾਨੂੰ ਸਾਰੇ ਮੁਹਾਵਰੇ, ਅਸਮਾਨ ਨੂੰ ਲੰਗਾਰ ਪਾਣੀਆਂ ਸਾਰੇ ਮੁਹਾਵਰੇ। ਤੇ ਛੰਨੇ ਵਿੱਚ ਨੂਣ ਭੰਨਣਾ, ਇਹ ਵੀ ਇੱਕ ਮੁਹਾਵਰਾ ਉਹਨੇ ਵਰਤਿਆ। ਅਰਬੀ ਫਾਰਸੀ ਦੀ ਸ਼ਬਦਾਵਲੀ ਦੀ ਵੀ ਸੁੰਦਰ ਵਰਤੋਂ ਕੀਤੀ ਹੈ, ਜਿਵੇਂ ਹਕੀਕਤ, ਹਿਰਸ, ਖਾਕ, ਖਿਦਮਤਗਾਰ, ਜਾਰ, ਤਲਬ, ਰੁਖਸਤ ਆਦਿ। ਇਹ ਸਾਰੇ ਬੜੇ ਅਰਬੀ ਫਾਰਸੀ ਤੋਂ ਉਹਨੇ ਸ਼ਬਦ ਯੂਜ਼ ਕੀਤੇ ਨੇ। ਫਿਰ ਹੈ ਉਹ ਰਸ। ਦੇਖੋ ਉਹਦੇ ਕਿੱਸੇ 'ਚ ਕਿਹੜੇ ਰਸ ਨੇ। ਤੇ ਰਸ ਤੋਂ ਭਾਵ ਮਨੁੱਖੀ ਮਨ ਦੇ ਜ਼ਰੂਰੀ ਅੰਗ ਹਨ। ਇਹਨਾਂ ਦਾ ਜੀਵਨ ਤੇ ਸਾਹਿਤ ਵਿੱਚ ਅਹਿਮ ਰੋਲ ਹੈ। ਹਰ ਇੱਕ ਭਾਵ ਤੋਂ ਇੱਕ ਰਸ ਉਪਜਦਾ ਹੈ। ਦੇਖੋ ਬੇਟਾ ਇੱਥੇ ਤੁਹਾਨੂੰ ਜਿਹੜੇ ਬੱਚੇ ਇੰਟੈਲੀਜੈਂਟ ਬੱਚੇ ਨੇ ਉਹਨਾਂ ਦੇ ਲਈ ਬੜਾ ਜ਼ਰੂਰੀ ਹੈ। ਦੇਖੋ ਬੇਟਾ ਅਸੀਂ ਨਾ ਇਹ ਦੇਖ ਲਈਏ ਕਿ ਸਾਡਾ ਨਾ ਸੁਭਾਅ ਪੂਰਾ ਦਿਨ ਇੱਕੋ ਜਿਹਾ ਨਹੀਂ ਰਹਿੰਦਾ। ਅਸੀਂ ਜਦੋਂ ਸਵੇਰ ਵੇਲੇ ਉੱਠਦੇ ਹਾਂ ਉਸ ਵੇਲੇ ਸਾਡੇ ਮਨ ਵਿੱਚ ਕੁਝ ਹੋਰ ਤਰ੍ਹਾਂ ਦਾ ਰਸ ਹੁੰਦਾ ਹੈ, ਉਹਦੇ ਤੋਂ ਬਾਅਦ ਕੁਝ ਹੋਰ ਹੋ ਜਾਏਗਾ। ਮਤਲਬ ਕਿ ਦਿਨ ਵਿੱਚ ਬਹੁਤ ਤਰ੍ਹਾਂ ਦੇ ਅਸੀਂ ਜੋ ਹੈ ਸਾਡਾ ਮਨ ਰੂਪ ਵਟਾਈ ਜਾਂਦਾ ਹੈ। ਮਤਲਬ ਕਿ ਉਹ ਰਸ ਹੁੰਦੇ ਨੇ, ਜਾਂ ਤਾਂ ਉਹ ਕਈ ਵਾਰੀ ਹੁੰਦੇ ਨੇ ਕਿ ਸਾਡੇ ਐਟਮੋਸਫੇਅਰ ਦੇ ਹਿਸਾਬ ਨਾਲ ਹੁੰਦੇ ਨੇ, ਜਾਂ ਉਹ ਸਾਡੇ ਆਪਣੇ ਹੀ ਸੁਭਾਅ ਦੇ ਅਨੁਸਾਰ ਹੁੰਦੇ ਨੇ। ਮਤਲਬ ਕਿ ਕਿਸੇ ਨੇ ਸਾਨੂੰ ਕੁਝ ਕਹਿ ਦਿੱਤਾ ਤਾਂ ਗੁੱਸਾ ਆ ਗਿਆ, ਰੌਦਰ ਰਸ ਹੋ ਗਿਆ।
ਕਿਸੇ ਕਿਸੇ ਤੇ ਸਾਨੂੰ ਤਰਸ ਆ ਗਿਆ, ਕਰੁਣਾ ਰਸ ਸਾਡੇ ਅੰਦਰ ਪੈਦਾ ਹੋ ਗਿਆ, ਤਰਸ ਆ ਗਿਆ ਸਾਨੂੰ ਕਿਸੇ ਦੇ ਉੱਤੇ, ਹੈ ਨਾ। ਅਤੇ ਜੇ ਕਿਸੇ ਨੇ ਕੋਈ ਗਲਤ ਗੱਲ ਕੀਤੀ ਅਤੇ ਅਸੀਂ ਉਹਦੀ ਪੱਖ 'ਚ ਬੋਲੇ, ਫਿਰ ਸਾਡੇ ਅੰਦਰ ਬੀਰ ਰਸ ਆ ਗਿਆ, ਸ਼ਿੰਗਾਰ ਰਸ ਆ ਗਿਆ। ਜੇਕਰ ਅਸੀਂ ਪ੍ਰੇਮ ਪਿਆਰ ਵਾਲੀ ਕੋਈ ਗੱਲ ਸੁਣੀ, ਭਿਆਨਕ ਰਸ ਕਿਸੇ ਡਰ ਤੋਂ ਆ ਜਾਂਦਾ ਹੈ, ਅਤੇ ਸ਼ਾਂਤ ਰਸ ਜਦੋਂ ਤੁਸੀਂ ਪਾਠ ਪੂਜਾ ਕਰਦੇ ਹੋ। ਇਸ ਤਰ੍ਹਾਂ 9 ਰਸ ਨੇ ਸਾਡੀ ਬੋਡੀ ਦੇ ਅੰਦਰ, ਅਤੇ ਇਹ ਨਾ ਆਈ ਜਾਈ ਜਾਂਦੇ ਨੇ, ਕਦੇ ਇੱਕ ਆ ਜਾਂਦਾ ਹੈ, ਕਦੇ ਦੂਜਾ। ਮਤਲਬ ਕਿ ਇਹ ਨਹੀਂ ਹੈ ਕਿ ਅਸੀਂ ਕਹੀਏ ਕਿ ਸਾਰਾ ਦਿਨ ਕਿਸੇ ਦੇ ਅੰਦਰ ਸ਼ਿੰਗਾਰ ਰਸ ਹੀ ਵੜਿਆ ਰਹੇਗਾ, ਕਿਸੇ ਦੇ ਅੰਦਰ ਸਾਰਾ ਦਿਨ ਕਰੁਣਾ ਰਸ ਵੜਿਆ ਰਹੇਗਾ, ਨਹੀਂ। ਰਸ ਜਿਹੜੇ ਨੇ ਉਹ ਆਈ ਜਾਈ ਜਾਂਦੇ ਨੇ। ਫਿਰ ਅਸੀਂ ਗੱਲ ਕਰਾਂਗੇ ਕਿ ਕਿਸੇ ਵਿੱਚ ਪੈਦਾ ਹੋ ਰਹੇ ਇਹ ਸਾਰੇ ਰਸ ਨੇ, ਜਿਹੜੇ ਜਿਹੜੇ ਅਸੀਂ ਲਿਖੇ ਨੇ, ਸ਼ਿੰਗਾਰ ਰਸ, ਕਰੁਣਾ, ਪੜ੍ਹ ਲਏ ਤੁਸੀਂ। ਅਤੇ ਸਭ ਤੋਂ ਪ੍ਰਬਲ ਰੂਪ ਜਿਹੜਾ ਹੈ ਨਾ, ਉਹ ਪੂਰਨ ਭਗਤ ਦੇ ਕਿੱਸੇ ਵਿੱਚ ਜੋ ਹੈ ਉਹ ਕਰੁਣਾ ਰਸ ਦਾ ਪ੍ਰਗਟ ਕੀਤਾ ਉਹਨੇ। ਕਰੁਣਾ ਰਸ ਰਾਣੀ ਸੁੰਦਰਾਂ ਦੇ ਪੂਰਨ ਦੇ ਵਿਛੋੜੇ ਵਿੱਚ ਪ੍ਰਗਟ ਕੀਤੇ ਗਏ ਭਾਵਾਂ ਤੋਂ ਕਰੁਣਾ ਰਸ ਪੈਦਾ ਹੁੰਦਾ। ਅਤੇ ਇੱਕ ਜਦੋਂ ਹੈ ਉਹਦੀ ਮਾਂ ਤੋਂ ਵੀ ਜਦੋਂ ਪੂਰਨ ਵਿਛੜਦਾ ਹੈ, ਉਸ ਵੇਲੇ ਵੀ ਅਸੀਂ ਕਹਿ ਸਕਦੇ ਹਾਂ ਕਰੁਣਾ ਰਸ। ਅਤੇ ਜਦੋਂ ਮਾਂ ਆ ਕੇ ਰੋਂਦੀ ਹੈ ਪੂਰਨ ਦੇ ਕੋਲ, ਉਹ ਵੀ ਕਰੁਣਾ ਰਸ ਹੈ। ਲੂਣਾ ਅਤੇ ਪੂਰਨ ਦੀ ਸੁੰਦਰਤਾ ਦੇ ਬਿਆਨ ਵਿੱਚੋਂ ਸੰਜੋਗ ਵਿੱਚੋਂ ਸ਼ਿੰਗਾਰ ਰਸ ਦਾ ਨਮੂਨਾ ਵੇਖਣ ਨੂੰ ਮਿਲਦਾ ਹੈ। ਲੂਣਾ ਦੇ ਅਕਸਾਨ ਉੱਤੇ ਰਾਜਾ ਸਲਵਾਨ ਝੱਟ ਗੁੱਸੇ ਵਿੱਚ ਆ ਜਾਂਦਾ, ਫਿਰ ਰੌਦਰ ਰਸ ਵੇਖਣ ਨੂੰ ਮਿਲਦਾ ਹੈ। ਪੋਇਟਰੀ ਦੀ ਇੱਕ ਸਤਰ ਹੈ, ਜਦੋਂ ਪੂਰਨ ਰਾਜਾ ਜੋ ਹੈ ਉਹਨੂੰ ਲੂਣਾ ਭੜਕਾ ਦਿੰਦੀ ਹੈ, ਉਸ ਵੇਲੇ ਉਹ ਕੀ ਆਖਦਾ ਹੈ, ਕਹਿੰਦਾ ਅਲਫ ਆਓ ਖਾਂ ਪੂਰਨਾ ਕਹੇ ਰਾਜਾ, ਬੱਚਾ ਨਿਜ ਤੂੰ ਜੰਮਿਓ ਜਾਇਓ ਵੇ, ਜੇ ਮੈਂ ਜਾਣਦਾ ਮਾਰਦਾ ਤਦੋਂ ਤੈਨੂੰ, ਜਦੋਂ ਭੋਰੇ ਪਾਲਣਾ ਪਾਇਓ ਵੇ। ਕਹਿੰਦਾ ਕਿ ਤੂੰ ਹੁਣ ਮੇਰੀ ਪਤਨੀ ਲੂਣਾ ਦੇ ਉੱਤੇ ਗਲਤ ਨਜ਼ਰ ਰੱਖੀ ਹੈਗੀ, ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤੈਨੂੰ ਉਸੇ ਵੇਲੇ ਮਾਰ ਦਿੰਦਾ ਮੈਂ। ਅਗਲਾ ਪੁਆਇੰਟ ਦੇਖੋ, ਅਲੰਕਾਰ। ਅਲੰਕਾਰ ਕਿੱਸੇ 'ਚ ਆਪਣੇ 'ਚ ਕਿਹੜੇ ਕਿਹੜੇ ਵਰਤੇ ਨੇ ਪੂਰਨ ਭਗਤ ਦੇ ਕਿੱਸੇ 'ਚ ਕਾਦਰਯਾਰ ਨੇ? ਅਲੰਕਾਰ ਕਵਿਤਾ ਦੇ ਗਹਿਣੇ ਹੁੰਦੇ ਹਨ, ਜਿਨ੍ਹਾਂ ਰਾਹੀਂ ਕਵਿਤਾ ਨੂੰ ਸ਼ਿੰਗਾਰਿਆ ਜਾਂਦਾ ਹੈ। ਇਹਨਾਂ ਰਾਹੀਂ ਕਵਿਤਾ ਵਿੱਚ ਸਪਸ਼ਟਤਾ ਆਉਂਦੀ ਹੈ। ਕਾਦਰਯਾਰ ਨੇ ਜਿੰਨੇ ਵੀ ਅਲੰਕਾਰ ਇਸ ਕਿੱਸੇ ਵਿੱਚ ਵਰਤੇ ਹਨ, ਉਹ ਬਹੁਤ ਸਧਾਰਨ ਪੱਧਰ ਦੇ ਹਨ, ਅਤੇ ਇਹ ਕਵਿਤਾ ਵਿੱਚ ਵਾਧੂ ਬੋਝ ਨਹੀਂ ਬਣਦੇ। ਹੁਣ ਅਲੰਕਾਰ, ਜਿਸ ਤਰ੍ਹਾਂ ਬੇਟੇ ਅਲੰਕਾਰ ਪੋਇਟਰੀ ਨੂੰ ਸਜਾਉਂਦੇ ਨੇ ਨਾ, ਉਸੇ ਤਰ੍ਹਾਂ ਸਜਾਉਂਦੇ ਨੇ ਅਲੰਕਾਰ ਪੋਇਟਰੀ ਨੂੰ, ਜਿਵੇਂ ਗਹਿਣੇ ਸਾਡੇ ਸਰੀਰ ਨੂੰ ਸਜਾਉਂਦੇ ਨੇ। ਹੁਣ ਗਹਿਣੇ ਜਿਹੜੇ ਨੇ ਉਹ ਇੱਕ ਲਿਮਿਟ 'ਚ ਚੰਗੇ ਲੱਗਦੇ ਨੇ, ਓਵਰ 'ਤੇ ਜਿਹੜੇ ਜਦੋਂ ਅਗਰ ਅਸੀਂ ਓਵਰ ਗਹਿਣੇ ਪਾ ਲਈਏ ਫਿਰ ਤਾਂ ਬੰਦਾ ਗਵਾਰ ਬਣ ਜਾਂਦਾ ਹੈ, ਠੀਕ ਹੈ ਨਾ। ਇਸ ਤਰ੍ਹਾਂ ਜੋ ਹੈ ਉਹ ਬਹੁਤ ਸਧਾਰਨ ਪੱਧਰ ਦੇ ਉਹਨੇ ਅਲੰਕਾਰ ਵਰਤੇ ਨੇ, ਜਿਵੇਂ ਬਹੁਤ ਸਧਾਰਨ ਪੱਧਰ ਦੇ ਕੋਈ ਗਹਿਣੇ ਪਾ ਲਵੇ। ਲਕੋਕਤੀ ਅਲੰਕਾਰ ਕਾਦਰਯਾਰ ਦਾ ਮਨ ਭਾਉਂਦਾ ਅਲੰਕਾਰ ਹੈ, ਜਦੋਂ ਲਿਖਦਾ ਹੈ, ਕਹਿੰਦਾ ਮਾਵਾਂ ਪੁੱਤਰਾਂ ਨੇ ਹੋ ਨਾ ਕਦੇ ਲੱਗਾ, ਸੀਨੇ ਲਾਏ ਹੋਈ ਪੂਰਨਾ ਦਾਗ ਮੇਰੇ, ਸੂਰਤ ਉਸ ਦੀ ਚੰਦ ਮਹਿਤਾਬ ਵਾਂਗੂ, ਪਰੀ ਜਹੀ ਮੈਂ ਇਸਤਰੀ ਅਰਜ ਕਰਾਂ। ਇਹ ਚਾਰੇ ਵੱਖਰੀਆਂ ਵੱਖਰੀਆਂ ਲਾਈਨਾਂ ਨੇ, ਉਹਨੇ ਜੋ ਹੈ ਲਕੋਕਤੀ ਅਲੰਕਾਰ ਇਹਦੇ 'ਚ ਵਰਤਿਆ ਹੈ। ਅਗਲਾ ਹੈ ਇਸ ਤੋਂ ਛੁੱਟ ਦ੍ਰਿਸ਼ਟਾਂਤ ਅਲੰਕਾਰ, ਵਿਰੋਧਾਭਾਸ ਅਲੰਕਾਰ, ਅਤ ਕਥਨੀ ਅਲੰਕਾਰ ਤੋਂ ਵੀ ਕਾਦਰਯਾਰ ਨੇ ਜੋ ਹੈ ਕੰਮ ਲਿਆ ਹੈ। ਫਿਰ ਜੋ ਹੈ ਉਹਨੇ ਛੰਦ ਕਿਹੜੇ ਕਿਹੜੇ ਵਰਤੇ ਨੇ ਇਸ ਕਿੱਸੇ 'ਚ? ਕਾਦਰਯਾਰ ਨੇ ਇਸ ਕਿੱਸੇ ਪੂਰਨ ਭਗਤ ਵਿੱਚ ਬੈਂਤ ਛੰਦ ਦੀ ਵਰਤੋਂ ਕੀਤੀ ਹੈ। ਇਹ ਤਾਂ ਤੁਹਾਨੂੰ ਸ਼ੋਰਟ ਕੁਐਸਚਨ ਵਿੱਚ ਵੀ ਆ ਜਾਂਦਾ, ਕਿਹੜਾ ਛੰਦ ਵਰਤਿਆ? ਬੈਂਤ ਛੰਦ। ਸ਼ਿਹਰਫੀ ਕਾਵਿ ਰੂਪ ਵਿੱਚ ਲਿਖਿਆ। ਕਾਦਰਯਾਰ ਤੋਂ ਪਹਿਲਾਂ ਪ੍ਰੇਮ ਪਿਆਰ ਦੇ ਕਿੱਸੇ ਐਸੇ ਛੰਦ ਵਿੱਚ ਲਿਖੇ ਗਏ। ਮਤਲਬ ਕਿ ਜੇਕਰ ਇਹਦੇ ਤੋਂ ਪਹਿਲਾਂ ਤੇ ਸਾਰੇ ਜਿੰਨੇ ਵੀ ਕਿੱਸੇ ਲਿਖੇ ਜਾਂਦੇ ਸੀਗੇ ਉਹ ਪ੍ਰੇਮ ਪਿਆਰ ਵਾਲੇ ਸੀਗੇ, ਉਹ ਸਾਰੇ ਐਸੇ ਛੰਦ ਵਿੱਚ ਲਿਖੇ ਜਾਂਦੇ ਸੀ। ਕਾਦਰਯਾਰ ਨੇ 4 ਤੁਕਾਂ ਵਾਲਾ ਬੈਂਤ ਛੰਦ ਵਰਤਿਆ। 4 ਤੁਕਾਂ ਵਾਲਾ ਬੈਂਤ ਛੰਦ ਵਰਤਿਆ, ਜਿਹਦੀ ਹਰ ਤੁਕ 'ਚ ਜਿਹੜੀਆਂ ਨੇ 40 ਮਾਤਰਾਵਾਂ ਨੇ। ਜਿਵੇਂ ਦਿਲੋਂ ਪੁੱਤਰ ਨੂੰ ਯਾਰ ਬਣਾਇਆ ਸੂ, ਉਸ ਦੀ ਸਾਬਤੀ ਦੇ ਵਿੱਚੋਂ ਲੱਜ ਟੁੱਟੀ। ਬੇਟਾ ਤੁਹਾਨੂੰ ਯਾਦ ਹੋਏਗਾ, ਤੁਸੀਂ ਨਾ ਛੋਟੀਆਂ ਕਲਾਸਾਂ 'ਚ ਪਤਾ ਨਹੀਂ +2 'ਚ ਹੁਣ ਲਘੂ ਗੁਰੂ ਲਗਾ ਕੇ ਆਇਓ। ਲਘੂ ਗੁਰੂ ਜਦੋਂ ਤੁਸੀਂ ਲਗਾ ਕੇ ਦੇਖੋਗੇ ਤਾਂ ਇਹਦੀ ਗਿਣਤੀ ਜੋ ਹੈ 40 ਮਾਤਰਾਵਾਂ ਦੀ ਗਿਣਤੀ ਬਣੇਗੀ। ਉਹ ਹੈ ਇੱਥੇ ਉਂਝ ਤੇ ਲਿਖਿਆ ਹੋਇਆ, ਪਰ ਲਘੂ ਗੁਰੂ ਨਹੀਂ ਲਗਾਇਆ ਹੋਇਆ। ਅੱਗੇ ਦੇਖ ਲਈਏ, ਬਸ ਖਤਮ ਹੋਣ ਵਾਲਾ ਹੁਣ ਤੇ। ਕਾਦਰਯਾਰ ਦੀ ਖੂਬੀ ਇਹ ਹੈ ਕਿ ਤੁਕਾਂਤ ਮਿਲਾਣ ਖਾਤਰ ਉਹ ਕਿਸੇ ਸ਼ਬਦ ਨੂੰ ਤੋੜਦਾ ਮਰੋੜਦਾ ਨਹੀਂ। ਤੁਕਾਂਤ ਹੁੰਦਾ ਉੱਪਰਲੀ ਲਾਈਨ 'ਚ ਕਿੰਨੇ ਅੱਖਰ ਨੇ, ਥੱਲੇ ਵਾਲੀ 'ਚ ਕਿੰਨੇ ਨੇ। ਉਸ ਦੇ ਬੈਂਤਾਂ ਵਿੱਚ ਬਹੁਤ ਰਵਾਨੀ ਹੈ, ਚਾਲ ਚੁਸਤ ਤਿੱਖੀ ਅਤੇ ਤੇਜ਼ ਹੈ। ਬਿਰਹਾ ਵਰਣਨ ਅਤੇ ਮਿਲਾਪ ਦੇ ਮੌਕਿਆਂ 'ਤੇ ਉਹ ਬੈਂਤਾਂ ਵਿੱਚ ਵਾਰਿਸ਼ਾਂ ਵਰਗੀ ਸੁਭਾਵਿਕਤਾ ਅਤੇ ਰਵਾਨੀ ਦ੍ਰਿਸ਼ਟੀਗੋਚਰ ਹੁੰਦੀ ਹੈ। ਮਤਲਬ ਕਦੇ ਕਦੇ ਇੰਝ ਵੀ ਲੱਗਦਾ ਕਿ ਜਿਵੇਂ ਉਹਨੇ ਐਵੇਂ ਲਿਖੇ ਨੇ ਬੈਂਤ, ਜਿਵੇਂ ਵਾਰਿਸ਼ਾਂ ਨੇ ਲਿਖੇ ਨੇ। ਫਿਰ ਸਿੱਟੇ ਵਜੋਂ ਅਸੀਂ ਆਖ ਸਕਦੇ ਹਾਂ ਕਿ ਪੂਰਨ ਭਗਤ ਦਾ ਸਭ ਤੋਂ ਪਹਿਲਾ ਕਿੱਸਾ ਜੋ ਹੈ ਕਾਦਰਯਾਰ ਨੇ ਲਿਖਿਆ। ਇਹ ਤੁਸੀਂ ਬਹੁਤ ਵਾਰੀ ਪੜ੍ਹ ਲਈ ਹੁਣ ਲਾਈਨ, ਜੋ ਉਹਨੇ 19ਵੀਂ ਸਦੀ ਦੇ ਆਦਿ 'ਚ ਲਿਖਿਆ। ਇਸ ਕਿੱਸੇ ਦੇ ਵਧੇਰੇ ਹਰਮਨ ਪਿਆਰਾ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਇਹ ਸਦਾਚਾਰਕ, ਉਪਦੇਸ਼ਾਤਮਕ ਅਤੇ ਆਦਰਸ਼ਕ ਕੀਮਤਾਂ ਨਾਲ ਭਰਪੂਰ ਹੈ। ਕਾਦਰਯਾਰ ਨੇ ਆਪਣੇ ਲਿਖਣ ਢੰਗ ਨਾਲ ਇਸ ਨੂੰ ਬੋਲਚਾਲ ਦੀ ਠੇਠ ਪੰਜਾਬੀ 'ਚ ਲਿਖਿਆ।
ਜਿਸ ਵਿੱਚ ਉਰਦੂ ਅਤੇ ਫਾਰਸੀ ਦੇ ਬਹੁਤ ਸਾਰੇ ਤਤਸਮ ਤਦਭਵ ਸ਼ਬਦ, ਤਦਭਵ ਹੁੰਦਾ ਜਿਨ੍ਹਾਂ ਨੂੰ ਆਪਣੇ ਮਤਲਬ ਅਨੁਸਾਰ ਚੇਂਜ ਕਰ ਲੈਣਾ, ਤੇ ਤਤਸਮ ਹੁੰਦਾ ਹੈ ਕਿਸੇ ਦੂਜੀ ਭਾਸ਼ਾ ਵਿੱਚੋਂ ਸ਼ਬਦ ਲਿਆ ਕੇ ਸੇਮ ਦੇ ਸੇਮ ਲਿਖ ਦੇਣਾ। ਕਾਦਰੀਆਰ ਨੇ ਭਾਰਤੀ ਪਰੰਪਰਾ ਮੁਤਾਬਿਕ ਪੂਰਨ ਭਗਤ ਦੀ ਕਥਾ ਨੂੰ ਜੋ ਹੈ ਸੁਖਾਂਤ ਰੂਪ ਵਿੱਚ ਸਮੇਟਿਆ ਹੈ। ਠੀਕ ਹੈ ਬੇਟਾ, ਕੁਐਸਚਨ ਖਤਮ ਹੋ ਗਿਆ, ਇਹਨੂੰ ਆਪਣੀ ਰਜਿਸਟਰ ਤੇ ਲਿਖ ਲੈਣਾ। ਓਕੇ, ਥੈਂਕ ਯੂ। ਬਸ ਇੱਕ ਕੁਐਸਚਨ ਰਹਿ ਗਿਆ ਇਹਦੇ ਤੋਂ ਬਾਅਦ ਕਾਦਰੀਆਰ ਦਾ, ਫਿਰ ਕਾਦਰੀਆਰ ਵੀ ਸਾਰਾ ਖਤਮ ਹੋ ਜਾਏਗਾ। ਓਕੇ, ਥੈਂਕ ਯੂ।